ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੇ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨ ਮੋਹੀਐ ਬਿਨਸੈ ਲੋਭ ਸੁਆਨ। ਸੱਚੇ ਮਾਰਗ ਚਲਦਿਆਂ ਉਸਤਤ ਕਰੈ ਜਹਾਨ। 68 ਤੀਰਥ ਸਗਲ ਪੁਨ ਜੀ ਦਇਆ ਪਰਵਾਨ। ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀਐ ਜਿਨ ਪਿਉ ਪੂਰਾ ਗੁਰ ਮਿਹਰਬਾਨ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ। ਇਹ ਪਵਿੱਤਰ ਸ਼ਬਦ ਚੱਲ ਰਹੀ ਲੜੀਵਾਰ ਕਥਾ ਮੁਤਾਬਕ 12 ਮਾਹਾਂ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 135 ਉੱਪਰ ਸੁਭਾਏਮਾਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚਨਾ ਲੜੀਵਾਰ ਕਥਾ ਮੁਤਾਬਕ ਪਿਛਲੇ ਦਿਨੀ ਆਪਾਂ ਪੋਹ ਦੇ ਮਹੀਨੇ ਦੀ ਵਿਚਾਰ ਸਰਵਣ ਕੀਤੀ ਸੀ। ਭਾਵ ਪੋਹ ਦੇ ਮਹੀਨੇ ਦੇ ਸ਼ਬਦ ਰਾਹੀਂ ਸਤਿਗੁਰਾਂ ਨੇ ਜੋ ਸਾਨੂੰ ਬ੍ਰਹਮ ਗਿਆਨ ਬਖਸ਼ਿਸ਼ ਕੀਤਾ। ਆਓ ਅੱਜ ਇਸ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਘ ਦੇ ਮਹੀਨੇ ਦੁਆਰਾ ਕੀ ਕਥਨ ਕਰਦੇ ਹਨ। ਸੰਸਾਰ ਨੇ ਪਿਛਲੇ ਸਮਿਆਂ ਦੇ ਮੁਤਾਬਕ ਹਿੰਦੂ ਲੋਕ ਬ੍ਰਾਹਮਣਾਂ ਦੇ ਦੱਸੇ ਰੀਤੀ ਰਿਵਾਜ਼ਾਂ ਮੁਤਾਬਕ ਇਸ ਮਾਘ ਦੇ ਮਹੀਨੇ ਨੂੰ ਬੜਾ ਪਵਿੱਤਰ ਮੰਨਦੇ ਸੀ। ਔਰ ਹਿੰਦੂ ਲੋਕ ਪ੍ਰਯਾਗਰਾਜ, ਤ੍ਰਿਵੈਣੀ ਆਦਿ ਵੱਡੇ ਵੱਡੇ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨ ਦਾ ਬੜਾ ਮਹਾਤਮ ਸਮਝਦੇ ਸੀ।
ਪਰ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕੇਵਲ ਤੇ ਕੇਵਲ ਤੀਰਥਾਂ 'ਤੇ ਇਸ਼ਨਾਨ ਕਰਿਆ ਗੱਲ ਨਹੀਂ ਬਣਨੀ। ਤੀਰਥਾਂ 'ਤੇ ਜਾਣ ਦਾ ਮਤਲਬ ਸੀ ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ। ਹੌਲੀ ਹੌਲੀ ਜਿਹੜਾ ਹੈ ਅਸਲੀਅਤ ਗੁੰਮ ਹੋ ਜਾਂਦੀ ਹੈ ਅਤੇ ਕੇਵਲ ਕਰਮਕਾਂਡ ਰਹਿ ਜਾਂਦਾ, ਪਖੰਡ ਰਹਿ ਜਾਂਦਾ। ਇਸ ਕਰਕੇ ਸਤਿਗੁਰੂ ਉਸ ਕਰਮਕਾਂਡ ਦੇ ਉੱਪਰ ਚੋਟ ਕਰਦੇ ਹੋਏ ਨਾਲ ਇਹ ਕਰਦੇ ਹੈ ਕਿ ਠੀਕ ਹੈ ਤੂੰ ਤੀਰਥਾਂ 'ਤੇ ਨਹਾਉਣ ਚੱਲਿਆ, ਕਿਸੇ ਰੱਬ ਦੇ ਪਿਆਰੇ ਦੀ ਸੰਗਤ ਵੀ ਕਰ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਸਤਿਗੁਰੂ ਨਾਨਕ ਦੇਵ ਜੀ ਨੇ 3 ਤਰ੍ਹਾਂ ਦਾ ਇਸ਼ਨਾਨ ਦੱਸਿਆ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸਖੇ। ਜੇ ਸਰੀਰ ਦੇ ਉੱਪਰ ਧੂੜ ਰੇਤਾ ਮਿੱਟੀ ਪੈ ਜਾਵੇ ਤਾਂ ਅਸੀਂ ਸ਼ਾਮਾਂ ਨੂੰ ਸਵੇਰੇ ਇਸ਼ਨਾਨ ਕਰਕੇ ਉਹ ਧੂੜ ਮਿੱਟੀ ਸਰੀਰ ਤੋਂ ਲਾਹ ਦਿੰਦੇ ਹਾਂ ਅਤੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ। ਜੇ ਕੱਪੜੇ ਗੰਦੇ ਹੋ ਜਾਣ ਤਾਂ ਉਹਨਾਂ ਨੂੰ ਸਾਬਣ ਅਤੇ ਪਾਣੀ ਦੇ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਭਰੀਐ ਮਤ ਪਾਪਾਂ ਕੈ ਸੰਗੋ ਧੋਪੈ ਨਾਵੈ ਕੇ ਰੰਗ। ਪਰ ਸਾਡੀ ਮਤ ਗੰਦੀ ਹੋ ਜਾਵੇ, ਮਤ ਮੈਲੀ ਹੋ ਜਾਵੇ, ਬੁੱਧੀ ਖਰਾਬ ਹੋ ਜਾਵੇ, ਮਤ ਮਾਰੀ ਜਾਵੇ, ਮਤ ਖਰਾਬ ਹੋ ਜਾਵੇ ਅਤੇ ਉਸ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ? ਸਤ ਸੰਗਤ ਕਰਕੇ, ਗੁਰਮੁਖਾਂ ਦੀ ਸੰਗਤ ਕਰਕੇ, ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ। ਭਰੀਐ ਮਤ ਪਾਪਾਂ ਕੈ ਸੰਗੋ ਧੋਪੈ ਨਾਵੈ ਕੇ ਰੰਗ। ਉਸ ਨੂੰ ਨਾਮ ਦੇ ਨਾਲ ਜੁੜ ਕੇ ਸੁਧਾਰਿਆ ਜਾ ਸਕਦਾ, ਧੋਤਾ ਜਾ ਸਕਦਾ। ਇਸ ਕਰਕੇ ਪੁਰਾਣੇ ਸਮਿਆਂ ਤੋਂ ਲੋਕ ਜਿਹੜੇ ਹਨ ਇਹਨਾਂ ਕਰਮਕਾਂਡਾਂ ਵਿੱਚ ਪਏ ਹੋਏ ਹਨ ਲੰਬੇ ਸਮੇਂ ਤੋਂ। ਮਾਘ ਦੀ ਜਿਹੜੀ ਹੈ ਸੰਗਰਾਂਦ, ਇਸ ਨੂੰ ਬੜੀ ਪਵਿੱਤਰ ਮੰਨਿਆ ਜਾਂਦਾ ਹੈ। ਮਾਘ ਦੀ ਆਰੰਭਤਾ ਬੜੀ ਚੰਗੀ ਮੰਨੀ ਜਾਂਦੀ ਹੈ ਔਰ ਮਾਘ ਦੀ ਆਰੰਭਤਾ ਨੂੰ ਮੁੱਖ ਰੱਖਦੇ ਹੋਏ ਲੋਕ ਪੁਰਾਣਿਆਂ ਦੇ ਦੱਸੇ ਮੁਤਾਬਕ ਫਿਰ ਗੁਰੂ ਪਿਆਰਿਓ ਦਰਿਆਵਾਂ 'ਤੇ ਗੰਗਾ, ਜਮਨਾ ਆਦਿ, ਤ੍ਰਿਵੈਣੀ, ਪ੍ਰਯਾਗਰਾਜ ਆਦਿ ਉਹਨਾਂ ਥਾਵਾਂ 'ਤੇ ਇਸ਼ਨਾਨ ਕਰਨ ਜਾਂਦੇ। ਕਬੀਰ ਸਾਹਿਬ ਜੀ ਨੇ ਵੀ ਇਸ ਗੱਲ 'ਤੇ ਚੋਟ ਕੀਤੀ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਤੀਰਥਾਂ 'ਤੇ ਇਸ਼ਨਾਨ ਕਰਨ ਚੱਲੇ, ਅੱਜ ਮਾਘ ਦੀ ਮਹੀਨਾ ਹੈ, ਅੱਜ ਮਾਘ ਦੀ ਸੰਗਰਾਂਦ ਹੈ, ਵੀ ਚਲੋ ਅੱਜ ਤਾਂ ਜ਼ਰੂਰ ਇਸ਼ਨਾਨ ਕਰਕੇ ਆਓ, ਸਾਰਾ ਮਹੀਨਾ ਵਧੀਆ ਲੰਘ ਜੂਗਾ। ਕੇਵਲ ਜਲ ਦੇ ਵਿੱਚ ਇਸ਼ਨਾਨ ਕਰਿਆ ਮਹੀਨਾ ਵਧੀਆ ਨਹੀਂ ਲੰਘਣਾ ਜੇ ਤੂੰ ਆਪਣੀ ਮੱਤ ਨਾ ਬਦਲੀ। ਜੇ ਇੱਥੇ ਇਸ਼ਨਾਨ ਕਰਕੇ ਜਾਂਦਾ, ਕਿਸੇ ਦੀ ਚੋਰੀ ਕਰਕੇ ਲੈ ਗਿਆ ਅਤੇ ਪੱਕਾ ਪਤਾ ਵੀ ਉਹ ਜੇਲ੍ਹ ਵਿੱਚ ਜਾਊਗਾ, ਉਹਨੂੰ ਤੀਰਥਾਂ ਦਾ ਇਸ਼ਨਾਨ ਬਚਾ ਨਹੀਂ ਸਕਦਾ। ਔਰ ਅੱਜ ਅਸੀਂ ਦੇਖਦੇ ਹਾਂ ਵੱਡੇ ਵੱਡੇ ਸਾਧ ਵੀ ਜੇਲ੍ਹਾਂ ਵਿੱਚ ਬੈਠੇ ਨੇ, ਕਾਰਨ ਉਹਨਾਂ ਨੇ ਆਪਣੀ ਮੱਤ ਨਹੀਂ ਬਦਲੀ। ਬਾਹਰੋਂ ਭੇਸ ਸਾਧੂਆਂ ਦਾ ਪਾ ਲਿਆ ਪਰ ਅੰਦਰੋਂ ਦਿਮਾਗ ਨਹੀਂ ਸੈੱਟ ਕੀਤਾ, ਮੱਤ ਨਹੀਂ ਬਦਲੀ। ਇਸ ਕਰਕੇ ਉਹ ਸਜ਼ਾ ਭੋਗ ਰਹੇ ਆ, ਕਿਉਂਕਿ ਜਿਹੜਾ ਮਕਸਦ ਸਹੀ ਸੀਗਾ ਆਪਣੀ ਬੁੱਧੀ ਨੂੰ ਸੈੱਟ ਕਰਨ ਦਾ, ਉਹ ਨਹੀਂ ਉਹਨੇ ਵਰਤਿਆ। ਕੇਵਲ ਬਾਹਰੀ ਤੌਰ 'ਤੇ ਕਰਮ ਧਰਮ ਪਾਖੰਡ ਕਰ ਲਿਆ। ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾ ਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰ ਜੇ ਛੁਟੈ। ਜਿੰਨਾ ਚਿਰ ਉਸ ਮਾਲਕ ਨਾਲ ਨਹੀਂ ਜੁੜਦਾ ਉਹਨਾਂ ਚਿਰ ਬਾਹਰੀ ਤੌਰ ਦੇ ਜਿਹੜੇ ਸ਼ਿੰਗਾਰ ਹਨ, ਜਿਵੇਂ ਸਾਵਣ ਦੇ ਮਹੀਨੇ ਵਿੱਚ ਪਿੱਛੇ ਪੜ੍ਹਿਆ ਸੀ ਕਿ ਜੇ ਮਾਲਕ ਦੇ ਹੁਕਮ ਅੰਦਰ ਨਹੀਂ ਚੱਲਦੀ ਜੀਵ ਇਸਤਰੀ ਤਾਂ ਫਿਰ ਉਹਦੇ ਸਾਰੇ ਸ਼ਿੰਗਾਰ ਵੀ ਨੇਫਲ ਹਨ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਪਾਤਸ਼ਾਹ ਕਹਿੰਦੇ ਮਾਘ ਦਾ ਮਹੀਨਾ ਸਾਨੂੰ ਇਹ ਗਿਆਨ ਬਖਸ਼ਿਸ਼ ਕਰਦਾ ਹੈ, ਸਾਨੂੰ ਇਹ ਹੁਕਮ ਦਿੰਦਾ ਹੈ, ਸਾਡਾ ਇਹ ਮਾਰਗ ਦਰਸ਼ਨ ਕਰਦਾ ਹੈ, ਬਈ ਸਿੱਖਾ ਜਿੱਥੇ ਤੂੰ ਮਾਘ ਦੀ ਸੰਗਰਾਂਦ ਨੂੰ ਲੈ ਕੇ ਸਰੋਵਰਾਂ ਤੀਰਥਾਂ 'ਤੇ ਨਹਾਉਣ ਦੀ ਗੱਲ ਕਰਦਾ ਹੈ, ਉੱਥੇ ਸਤਸੰਗ ਵੀ ਕਰ। ਸਾਧੂਆਂ ਦੀ ਧੂੜੀ ਲੈ। ਧੂੜੀ ਤੋਂ ਭਾਵ ਰੇਤਾ ਨਹੀਂ ਹੈ,
ਸਾਧੂਆਂ ਦੇ ਕੋਲ ਬੈਠ ਕੇ ਉਹਨਾਂ ਦੇ ਬਚਨ ਸੁਣਨੇ, ਜਿਹੜੇ ਹਵਾ ਦੀ ਨਿਆਈ ਉੱਡ ਕੇ ਸਾਡੇ ਕੰਨ ਵਿੱਚ ਪੈਂਦੇ ਆ ਅਤੇ ਸਾਡੇ ਅੰਦਰਲੇ ਭਰਮ ਭੁਲੇਖਿਆਂ ਨੂੰ ਦੂਰ ਕਰਦੇ ਹਨ, ਸਾਨੂੰ ਅੰਦਰੋਂ ਸੈੱਟ ਕਰਦੇ ਆ ਜਿਹੜੇ। ਇਸ ਕਰਕੇ ਸਾਧੂਆਂ ਦੀ ਸੰਗਤ ਦਾ ਮਤਲਬ ਉਹਨਾਂ ਦੇ ਬਚਨ ਸੁਣਨੇ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਉਹਨਾਂ ਦੀ ਧੂੜੀ ਵਿੱਚ ਮੱਤ ਦਾ ਇਸ਼ਨਾਨ ਵੀ ਕਰ, ਭਾਵ ਉਹਨਾਂ ਕੋਲ ਬੈਠ ਕੇ ਉਹਨਾਂ ਦੀਆਂ ਵਿਚਾਰਾਂ ਨੂੰ ਸੁਣਨਾ ਕਰ। ਫਿਰ ਸਾਡੇ ਲੋਕਾਂ ਨੇ ਕੀ ਕੀਤਾ ਕਿ ਜਿੱਦੇ ਮਾਘ ਦੀ ਸੰਗਰਾਂਦ ਆ ਉਹਦੇ ਬੜਾ ਪੁੰਨਦਾਨ ਕੀਤਾ, ਪਰ ਗੁਰੂ ਸਾਹਿਬ ਕਹਿੰਦੇ ਇਸ ਪੁੰਨਦਾਨ ਦੀ ਗੱਲ ਨਹੀਂ ਸੀ ਮੈਂ ਕੀਤੀ। ਅਸੀਂ ਕੀ ਕਿਸੇ ਨੂੰ ਦਾਨ ਕਰ ਸਕਦੇ ਹਾਂ? ਤੇ ਸਭ ਤੋਂ ਵੱਡੀ ਜਿਹੜੀ ਵਸਤੂ ਹੈ ਦਾਨ ਕਰਨ ਵਾਲੀ, ਉਹ ਹੈ ਪਰਮੇਸ਼ਰ ਦਾ ਨਾਮ। ਆਪ ਜਪੇ ਅਵਰੈ ਨਾਮ ਜਪਾਵੈ, ਸੋ ਗੁਰਸਿੱਖ ਗੁਰੂ ਮਨ ਭਾਵੈ। ਗੁਰੂ ਨੂੰ ਉਹ ਚੰਗਾ ਲੱਗਦਾ ਜਿਹੜਾ ਆਪ ਵੀ ਮਾਲਕ ਨਾਲ ਜੁੜੇ ਅਤੇ ਹੋਰਨਾਂ ਨੂੰ ਵੀ ਜੋੜੇ। ਇਹ ਵੱਡਾ ਦਾਨ ਹੈ। ਕਈ ਤਰ੍ਹਾਂ ਦੇ ਦਾਨ ਹੈ। ਤੁਸੀਂ ਕਿਸੇ ਨੂੰ 4 ਪੈਸੇ ਦਾਨ ਕੀਤੇ, ਉਹ ਥੋੜ੍ਹੇ ਚਿਰ ਵਿੱਚ ਖਤਮ ਕਰ ਲਵੇਗਾ। ਵਸਤਰ ਦਾਨ ਕੀਤਾ, ਕੋਈ ਕੱਪੜਾ ਦਾਨ ਕੀਤਾ, ਜਿਵੇਂ ਦੁਨੀਆ ਕਰਦੀ ਹੈ, 6 ਮਹੀਨਿਆਂ ਵਿੱਚ ਉਹ ਖਤਮ ਹੋ ਜਾਵੇਗਾ, ਫਟ ਜਾਵੇਗਾ। ਪ੍ਰਸ਼ਾਦਾ ਦਾਨ ਕੀਤਾ ਹੈ, ਭੋਜਨ ਛਕਾਇਆ ਹੈ, ਸੁਬਹਾ ਛਕਾਇਆ, ਸ਼ਾਮ ਨੂੰ ਫਿਰ ਭੁੱਖ ਲੱਗੇ ਆਉਣੀ ਹੈ। ਪਰ ਇੱਕ ਦਾਨ ਐਸਾ ਹੈ ਜਿਹੜਾ ਦੋਹਾਂ ਲੋਕਾਂ ਦੇ ਵਿੱਚ ਚੱਲਦਾ ਹੈ, ਉਹ ਹੈ ਪਰਮੇਸ਼ਰ ਦੇ ਨਾਮ ਦਾ ਦਾਨ, ਸਤਸੰਗ ਦਾ ਦਾਨ। ਹਰੀ ਦਾ ਨਾਮ ਆਪ ਧਿਆ ਅਤੇ ਦੂਸਰਿਆਂ ਨੂੰ ਵੀ ਜਪਾ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਦਾਨ ਹੁੰਦਾ ਸਾਂਝਾ ਕਰਨਾ। ਜਿਵੇਂ ਆਪਾਂ ਹੁਣ ਕਥਾ ਕਰਦੇ ਹਾਂ ਔਰ ਆਪ ਜੀ ਸੁਣਦੇ ਹੋ, ਤਾਂ ਆਪਾਂ ਦੋਨੇ ਇੱਕ ਦੂਜੇ ਦੇ ਨਾਲ ਸ਼ਬਦ ਦਾ ਦਾਨ ਕਰ ਰਹੇ ਹਾਂ। ਇਹ ਸ਼ਬਦ ਦਾ ਦਾਨ ਹੈ। ਜਿੰਨਾ ਚਿਰ ਇਹ ਦਾਨ ਨਹੀਂ ਕਰਦਾ, ਉਹਨਾਂ ਚਿਰ ਸਾਰੇ ਦਾਨ ਨਿਫਲ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ, ਅਤੇ ਜਨਮਾਂ ਜਨਮਾਂਤਰਾਂ ਦੀ ਜਿਹੜੀ ਕਰਮਾਂ ਦੀ ਮੈਲ ਲੱਗੀ ਹੋਈ ਆ ਉਹ ਲਹਿ ਜਾਵੇਗੀ, ਉਤਰ ਜਾਵੇਗੀ, ਦੂਰ ਹੋ ਜਾਵੇਗੀ। ਕਈ ਵਾਰੀ ਅਸੀਂ ਕਹਿੰਦੇ ਹਾਂ ਸਾਡੇ ਪਤਾ ਨਹੀਂ ਕਿਹੜੇ ਮਾੜੇ ਕਰਮ ਕੀਤੇ ਆ, ਕੋਈ ਕਹਿੰਦਾ ਬੜੇ ਚੰਗੇ ਕਰਮ ਕੀਤੇ ਆ। ਇਹ ਕਰਮ ਮਨੁੱਖ ਨੇ ਕੀਤੇ ਆ, ਉਹਨਾਂ ਦਾ ਫਲ ਭੋਗਦਾ, ਦੁੱਖਾਂ ਦੇ ਰੂਪ ਦੇ ਵਿੱਚ ਫਲ ਭੋਗਦਾ। ਉਹ ਦੁੱਖ ਦੂਰ ਹੋ ਸਕਦੇ ਹਨ ਸਤਸੰਗਤ ਕਰਿਆ। ਇਹ ਕਰਮਾਂ ਦੀ ਮੈਲ ਉਤਰ ਜਾਵੇਗੀ, ਭਾਵ ਕਰਮਾਂ ਦੇ ਫਲ ਨਹੀਂ ਭੋਗਣੇ ਪੈਣਗੇ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਇਹ ਸਤਸੰਗ ਕਰਿਆ ਹੀ ਦਿਮਾਗ ਦੇ ਵਿੱਚੋਂ ਜਿਹੜਾ ਹੰਕਾਰ ਹੈ ਉਹ ਵੀ ਦੂਰ ਹੋ ਜਾਵੇਗਾ, ਗੁਮਾਨ। ਹੁਣ ਕਈ ਵਾਰੀ ਕੋਈ ਮਨੁੱਖ ਦਾਨ ਕਰਦਾ ਹੈ, ਜਿਵੇਂ ਧੰਨ ਗੁਰੂ ਨਾਨਕ ਜੀ ਦੇ ਸਮੇਂ ਗੁਰੂ ਪਿਆਰੋ ਅਹਿਮਦਾਬਾਦ ਦੇ ਵਿੱਚ ਇੱਕ ਰਾਜੇ ਦਾ ਵਜ਼ੀਰ ਹੈ। ਉਹ ਹਰ ਸਾਲ ਦੇਸੀ ਘਿਓ ਦਾ ਲੰਗਰ ਚਲਾਉਂਦਾ। ਮਲਕ ਭਾਗੋ, ਔਰ ਉਸ ਨੂੰ ਬੜਾ ਹੰਕਾਰ ਹੈ ਕਿ ਮੈਂ ਬਹੁਤ ਧਰਮੀ ਬੰਦਾ ਹਾਂ, ਮੈਂ ਹਰ ਸਾਲ ਦੇਸੀ ਘਿਓ ਦਾ ਲੰਗਰ ਲਾਉਂਦਾ ਹਾਂ। ਅਤੇ ਜਿਨ੍ਹਾਂ ਦਿਨਾਂ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਅਹਿਮਦਾਬਾਦ ਸਨ, ਲਾਲੋ ਦੇ ਕੋਲ, ਉਹਨਾਂ ਦਿਨਾਂ ਵਿੱਚ ਵੀ ਉਹ ਦਿਨ ਆ ਗਏ ਕਿਤੇ। ਅਤੇ ਇਸਨੇ ਸਾਰੇ ਨਗਰ ਦੇ ਵਿੱਚ ਸੱਦੇ ਦਿੱਤੇ, ਸਾਰੇ ਨਗਰ ਨਿਵਾਸੀਆਂ ਨੂੰ, ਆਸੇ ਪਾਸੇ ਦੇ ਸਾਧੂਆਂ ਨੂੰ, ਡੇਰਿਆਂ ਨੂੰ, ਬ੍ਰਾਹਮਣਾਂ ਨੂੰ, ਬਈ ਮਲਕ ਭਾਗੋ ਦੇ ਘਰੇ ਬ੍ਰਹਮ ਭੋਜ ਹੈ। ਬ੍ਰਹਮ ਭੋਜ, ਬ੍ਰਹਮ ਦਾ ਭੋਜਨ, ਅਤੇ ਬ੍ਰਹਮ ਦਾ ਭੋਜਨ ਤਾਂ ਪਰਮੇਸ਼ਰ ਦਾ ਨਾਮ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਪਰ ਇਹ ਲੰਗਰ ਨੂੰ ਬ੍ਰਹਮ ਭੋਜ ਕਹਿੰਦਾ। ਚਲੋ, ਅੰਨ ਵੀ ਇੱਕ ਪਰਮੇਸ਼ਰ ਦਾ ਰੂਪ ਹੈ, ਪਰ ਲੰਗਰ ਬਣਿਆ ਕਿਸ ਢੰਗ ਦੇ ਨਾਲ ਹੈ, ਉਸ ਦੀ ਆਮਦਨ, ਉਹਦਾ ਪੈਸਾ ਕਿੱਥੋਂ ਆਇਆ? ਕੀ ਉਹ ਵਾਕਿਆ ਬ੍ਰਹਮ ਭੋਜ ਹੈ? 10 ਨੌਹਾਂ ਦੀ ਕਿਰਤ ਦਾ ਬਣਿਆ ਪ੍ਰਸ਼ਾਦਾ ਹੈ? ਆਤਮਾ
ਜਿਸਨੇ ਖਾਣਾ ਹੈ ਕਿ ਉਸ 'ਤੇ ਉਹ ਚੰਗਾ ਅਸਰ ਕਰੇਗਾ। ਇਹ ਹਰ ਸਾਲ ਬ੍ਰਹਮ ਭੋਜ ਕਰਦਾ ਅਤੇ ਇਸ ਨੇ ਨਿਉਂਦਾ ਦੇਣ ਵਾਸਤੇ ਆਪਣੇ ਲਾਗੀ ਭੇਜੇ ਆ ਸਾਰੇ ਪਿੰਡ ਵਿੱਚ, ਸੱਦੇ ਦਿੰਦੇ ਫਿਰਦੇ ਆ। ਅਤੇ ਇੱਕ ਲਾਗੀ ਆ ਰਹੇ ਆ ਭਾਈ ਲਾਲੋ ਦੇ ਘਰ ਵੱਲ, ਅਤੇ ਧੰਨ ਗੁਰੂ ਨਾਨਕ ਦੇਵ ਜੀ ਜਾ ਰਹੇ ਆ ਜੰਗਲਾਂ ਵੱਲ। ਭਾਵ ਦਿਨੇ ਸਤਿਗੁਰੂ ਜੀ ਜਿਹੜੇ ਸਨ ਜੰਗਲਾਂ ਵਿੱਚ ਬੈਠ ਕੇ ਸਮਾਂ ਲੰਘਾਉਂਦੇ, ਭਜਨ ਬੰਦਗੀ ਕਰਦੇ, ਅਤੇ ਸ਼ਾਮ ਨੂੰ ਲਾਲੋ ਦੇ ਘਰ ਰਾਤ ਟੱਪਦੀ। ਅਤੇ ਜਿਸ ਵੇਲੇ ਗੁਰੂ ਪਿਆਰਿਓ ਇਹ ਲਾਗੀ ਆਇਆ ਕਿਤੇ ਬ੍ਰਾਹਮਣ ਕੋਈ ਲਾਗੀ, ਅਤੇ ਉਸ ਵੇਲੇ ਇੱਧਰੋਂ ਬਾਬਾ ਜੀ ਟੱਕਰ ਗਏ। ਕਹਿਣ ਲੱਗੇ ਆ ਤਪਿਆ, ਸਾਧੂਆਂ ਨੂੰ ਤਪਾ ਵੀ ਕਹਿ ਦਿੰਦੇ ਆ। ਉਹ ਭਾਈ ਨਾਨਕ ਤਪੇ, ਮਲਕ ਭਾਗੋ ਦੇ ਘਰੇ ਬ੍ਰਹਮ ਭੋਜ ਹੈ, ਅਤੇ ਅੱਜ ਤੁਸੀਂ ਉੱਥੇ ਪ੍ਰਸ਼ਾਦਾ ਛਕਣ ਆਉਣਾ ਹੈ। ਬਾਬਾ ਨਾਨਕ ਜੀ ਕਹਿਣ ਲੱਗੇ ਵੀ ਕੌਣ ਹੈ ਮਲਕ ਭਾਗੋ? ਹੁਣ ਕਿਸੇ ਸੰਸਾਰ ਵਿੱਚ ਮਸ਼ਹੂਰ ਬੰਦੇ ਨੂੰ ਕੋਈ ਪੁੱਛੇ ਵੀ ਉਹ ਕੌਣ ਹੈ, ਅਤੇ ਫਿਰ ਹੈ ਨਾ ਅਚਰਜ ਵਾਲੀ ਗੱਲ। ਹੁਣ ਮਲਕ ਭਾਗੋ ਤਾਂ ਸਾਰੇ ਇਲਾਕੇ ਵਿੱਚ ਮਸ਼ਹੂਰ ਹੈ, ਪਰ ਬਾਬਾ ਨਾਨਕ ਜੀ ਕਹਿੰਦੇ ਕੌਣ ਹੈ ਉਹ? ਮੈਂ ਤਾਂ ਜਾਣਦਾ ਨਹੀਂ ਭਾਈ। ਉਹ ਗਰਮ ਹੋ ਗਿਆ, ਕਹਿੰਦਾ ਤੂੰ ਜਾਣਦਾ ਨਹੀਂ? ਉਹ ਤਾਂ ਆਪਣਾ ਵਜ਼ੀਰ ਆ, ਰਾਜਾ ਸਾਹਿਬ ਹੈ, ਰਾਜੇ ਦਾ ਵਜ਼ੀਰ ਆ ਮਲਕ ਭਾਗੋ। MLA ਜੀ ਨੂੰ ਤੁਸੀਂ ਅੱਜ ਕਹਿੰਦੇ ਹੋ। ਅੱਛਾ, ਫਿਰ ਉਹਨਾਂ ਦੇ ਘਰੇ ਅੱਜ ਭਾਈ ਦੇਸੀ ਘਿਓ ਦੇ ਭੋਜਨ ਬਣਨੇ ਹੈ, ਅਤੇ ਚੱਲ ਕੇ ਭੋਜਨ ਛਕਣਾ ਹੋਵੇਗਾ। ਬਾਬਾ ਜੀ ਕਹਿੰਦੇ ਵੀ ਅਸੀਂ ਤਾਂ ਜਿਹੜੀ ਰੁੱਖੀ ਮੱਛੀ ਮਿਲ ਗਈ ਲਾਲੋ ਦੇ ਘਰੇ ਖਾ ਲੈਂਦੇ ਹਾਂ, ਸਾਨੂੰ ਤਾਂ ਲੋੜ ਨਹੀਂ, ਅਸੀਂ ਨਹੀਂ ਆਉਂਦੇ। ਅਤੇ ਬਾਬਾ ਜੀ ਗਏ ਨਾ। ਸ਼ਾਮਾਂ ਪੈ ਗਈਆਂ, ਅਤੇ ਮਲਕ ਭਾਗੋ ਕੁਰਸੀ ਡਾਹ ਕੇ ਬੈਠਾ, ਸਾਰੇ ਭੋਜਨ ਛਕ ਰਹੇ ਹੈ, ਇਹਦੇ ਲਾਂਗਰੀ ਵਰਤਾ ਰਹੇ ਨੇ। ਅਤੇ ਉਹ ਲਾਗੀ ਨੇ ਜਾ ਕੇ ਕਹਿਤਾ ਜੀ ਇੱਕ ਲਾਲੋ ਦੇ ਘਰ ਤਪਾ ਆਇਆ ਹੋਇਆ ਬਾਹਰੋਂ ਪੰਜਾਬ ਕੰਨੀਓ, ਅਤੇ ਉਹ ਜਿਹੜਾ ਹੈ ਆਪਣੇ ਘਰੇ ਲੰਗਰ ਛਕਣ ਨਹੀਂ ਆਇਆ। ਕਿਉਂ ਨਹੀਂ ਆਇਆ? ਕਹਿੰਦਾ ਵੀ ਮੈਂ ਤਾਂ ਨਹੀਂ ਆਉਂਦਾ। ਹੰਕਾਰੀ ਬੰਦਾ ਸੀ, ਗੁੱਸੇ 'ਚ ਆ ਗਿਆ, ਕਹਿੰਦਾ ਜਾਓ ਉਹਨੂੰ ਲੈ ਕੇ ਆਓ। 2 ਬੰਦੇ ਫਿਰ ਸੱਦਣ ਵਾਸਤੇ ਆਏ ਲਾਲੋ ਦੇ ਘਰੇ। ਲਾਲੋ ਸ਼ਾਮਾਂ ਦਾ ਸਮਾਂ ਹੋ ਗਿਆ, ਤਪਾ ਨਾਨਕ ਹੈਗਾ? ਕਹਿੰਦੇ ਹੈਗਾ। ਅੰਦਰੋਂ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਬਾਹਰ ਆ ਗਏ, ਅਤੇ ਬਾਹਰ ਆ ਕੇ ਪੁੱਛਦੇ ਆ ਦੱਸੋ ਭਾਈ? ਕਹਿੰਦੇ ਉਹ ਨਾਨਕ ਤਪੇ ਤੈਨੂੰ ਨਿਉਂਦਾ ਦਿੱਤਾ ਸੀਗਾ, ਲਾਲੋ ਦੇ ਘਰੇ ਅੱਜ ਬ੍ਰਹਮ ਭੋਜ ਹੈ। ਬਾਬਾ ਜੀ ਕਹਿੰਦੇ ਇੱਥੇ ਛਕ ਲਈ ਭਾਈ, ਸਾਨੂੰ ਤਾਂ ਹੁਣ ਲੋੜ ਨਹੀਂ ਹੈਗੀ। ਫਿਰ ਕੀ ਹੋ ਗਿਆ? ਇੱਕ ਅੱਧੀ ਖਾਈ, ਚੱਲ ਤੂੰ ਸਾਡੇ ਨਾਲ ਚੱਲ। ਬਾਬਾ ਜੀ ਕਹਿੰਦੇ ਮੈਂ ਤਾਂ ਜਾਣਾ ਨਹੀਂ। ਇਹ ਦੋਨੇ ਮੁੜ ਗਏ ਅਤੇ ਜਾ ਕੇ ਹੋਰ ਵਧਾ ਚੜਾ ਕੇ ਗੱਲਾਂ ਕੀਤੀਆਂ। ਮਲਕ ਭਾਗੋ ਕਹਿੰਦਾ ਜਾਓ 5-7 ਜਣੇ ਜਾਓ, ਅਤੇ ਜੇ ਨਾ ਆਇਆ ਤਾਂ ਫੜ ਕੇ ਲਿਆਇਓ। ਅਤੇ 5-4 ਜਣੇ ਆ ਗਏ, ਅਤੇ ਆ ਕੇ ਕਹਿਣ ਲੱਗੇ ਤਪੇ ਤੈਨੂੰ ਮਲਕ ਭਾਗੋ ਸੱਦ ਹੈ। ਬਾਬਾ ਜੀ ਕਹਿੰਦੇ ਯਾਰ ਸਾਡਾ ਉਹਦੇ ਨਾਲ ਕਿਹੜਾ ਹਿਸਾਬ ਕਿਤਾਬ ਹੈਗਾ? ਉਹ ਲੈਣਾ ਨਹੀਂ ਦੇਣਾ ਨਹੀਂ, ਐ ਬਾਰ-ਬਾਰ ਬੰਦੇ ਭੇਜਦਾ। ਉਹ ਕਹਿੰਦੇ ਸਾਡੇ ਨਾਲ ਚੱਲ, ਨਹੀਂ ਫੜ ਕੇ ਲੈ ਜਾਵਾਂਗੇ, ਪਾਤਸ਼ਾਹ ਕਹਿੰਦੇ ਚੱਲ ਚੱਲਦੇ ਹਾਂ। ਧੰਨ ਗੁਰੂ ਨਾਨਕ ਦੇਵ ਜੀ ਨਾਲ ਤੁਰ ਪਏ, ਅਤੇ ਮਗਰੇ ਹੀ ਲਾਲੋ ਚੱਲ ਪਿਆ, ਅਤੇ ਪਹੁੰਚ ਗਏ ਮਲਕ ਭਾਗੋ ਦੇ ਘਰ। ਲੈਣਾ ਲੱਗੀਆਂ, ਲੋਕ ਛਕ ਰਹੇ ਹਨ, ਮਲਕ ਭਾਗੋ ਕੁਰਸੀ 'ਤੇ ਬੈਠਾ ਦੇਖ ਰਿਹਾ ਹੈ। ਤਾਂ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਦੇਵ ਜੀ ਗਏ। ਮਲਕ ਭਾਗੋ ਕਹਿਣ ਲੱਗਿਆ ਉਹ ਤਪੇ ਨਾਨਕ ਤੂੰ ਸਾਡੇ ਲੰਗਰ ਦੀ ਬੇਅਦਬੀ ਕੀਤੀ ਆ। ਅਸੀਂ ਬ੍ਰਹਮ ਭੋਜ ਕੀਤਾ, ਤੈਨੂੰ ਵਾਰ-ਵਾਰ ਸੱਦਿਆ, ਤੂੰ ਆਇਆ ਨਹੀਂ। ਬਾਬਾ ਜੀ ਕਹਿੰਦੇ ਇਹ ਤਾਂ ਜਿਹੋ ਜਿਹੀ ਰੁੱਖੀ ਮਿੱਸੀ ਮਿਲਦੀ ਆ ਖਾ ਲੈਂਦੇ ਹਾਂ, ਸਾਨੂੰ ਕੋਈ ਦੇਸੀ ਘਿਓ ਨਾਲ ਨਹੀਂ। ਕਹਿੰਦੇ ਬਹੁਤ ਮਾੜੀ ਗੱਲ ਹੈ, ਲਾਲੋ ਦੇ ਘਰੇ ਰੋਜ਼ ਖਾਂਦਾ, ਤੂੰ ਇੱਥੇ ਖਾਂਦਾ ਨਹੀਂ। ਕਹਿੰਦੇ ਲਿਆ ਕੀ ਪਾਇਆ ਬਣਾਇਆ? ਕਹਿੰਦੇ ਲਾਂਗਰੀਆਂ ਨੇ ਥਾਲ ਦੇ ਵਿੱਚ ਲਾ ਕਰਕੇ ਪੂਰੀਆਂ, ਕੜਾਹ, ਪ੍ਰਸ਼ਾਦ ਆਦਿ ਸਾਰਾ ਕੁਝ ਮੂਹਰੇ ਰੱਖ ਦਿੱਤਾ ਲਿਆ ਕੇ ਥਾਲ। ਅਤੇ ਬਾਬਾ ਜੀ ਦੇਖ ਕੇ ਥਾਲ ਕੰਨੀ ਕਹਿੰਦੇ ਮੈਂ ਤਾਂ ਨਹੀਂ ਖਾਂਦਾ ਇਹ। ਕਹਿੰਦੇ ਕਿਉਂ? ਕਹਿੰਦੇ ਜੀ ਤਾਂ ਖੂਨ ਹੀ ਖੂਨ ਫਿਰਦਾ। ਕਹੋ ਸਤਨਾਮ ਸ੍ਰੀ। ਮੈਂ ਗੱਲ ਕਰਦਾ ਵੀ ਮਾਘ ਦੇ ਮਹੀਨੇ 'ਤੇ ਦਾਨ ਕਰਕੇ ਬਾਬਾ ਜੀ ਕਹਿੰਦੇ ਤੇਰਾ ਹੰਕਾਰ ਲੈ ਜਾਊਗਾ, ਇਹ ਉਲਟਾ ਦਾਨ ਕਰਕੇ ਹੰਕਾਰ ਵਧੀ ਜਾਂਦਾ। ਕਹੋ ਸਤਨਾਮ ਸ੍ਰੀ। ਕਈ ਵਾਰੀ ਮਾਘ ਦੇ ਮਹੀਨੇ 'ਚ ਵੀ ਲੋਕ ਬੜੇ ਲੰਗਰ ਲਾਉਂਦੇ ਆ। ਇੱਕ ਬਾਜ਼ਾਰ 'ਚ 4-4 ਲੰਗਰ ਲੱਗੇ ਹੁੰਦੇ ਆ ਤਰ੍ਹਾਂ ਤਰ੍ਹਾਂ ਦੇ। ਹੁਣ ਬੰਦਾ ਕਿੰਨੇ ਖਾਊਗਾ? ਧੱਕੇ ਨਾਲ ਬਾਹੋਂ ਫੜ ਖਵਾਉਂਦੇ ਆ।
ਤੇ ਦੂਜੇ ਦਿਨ ਕੋਈ ਜਾ ਕੇ ਚਾਹ ਦਾ ਕੱਪ ਮੰਗ ਲਏ, ਚਾਹ ਦਾ ਕੱਪ ਵੀ ਨਹੀਂ ਪਿਆਉਂਦੇ। ਦੂਜੇ ਦਿਨ ਕੋਈ ਆ ਕਹਿੰਦੇ ਬਾਈ ਪ੍ਰਸ਼ਾਦਾ ਛਕਣਾ, ਨਾ ਨਾ ਚੱਲ ਚੱਲ ਬਾਬਾ ਗਾਂਹ ਚੱਲ, ਮੇਲੇ ਨਹੀਂ ਹੈਗੇ। ਤਾਂ ਇਸ ਕਰਕੇ ਉਸ ਦਾਨ ਦਾ ਕੀ ਫਾਇਦਾ ਜਿਹੜਾ ਸਾਲ ਬਾਅਦ ਇਹ ਸੋਚ ਕੇ ਕਰਨਾ ਵੀ ਅੱਜ ਮਾਘ ਦਾ ਮਹੀਨਾ ਹੈ, ਅੱਜ ਦਾਨ ਕਰੀਏ, ਲੰਗਰ ਲਾਈਏ ਅਤੇ ਲੋਕਾਂ ਦੇ ਵਿੱਚ ਸਾਡੀ ਵਾਹ ਵਾਹ ਹੋ ਜੂਗੀ। ਕਈ ਵਾਹ ਵਾਹ ਖੱਟਣ ਵਾਸਤੇ ਹੀ ਲੰਗਰ ਲਾਉਂਦੇ ਆ, ਊਂ ਭੁੱਖੇ ਨੂੰ ਚਾਹ ਨਹੀਂ ਪਿਆਉਣੀ, ਭੁੱਖੇ ਨੂੰ ਰੋਟੀ ਨਹੀਂ ਖਵਾਉਣੀ, ਲੋੜਵੰਦ ਦੀ ਲੋੜ ਨਹੀਂ ਸਾਰਨੀ ਉਸ ਤਰ੍ਹਾਂ। ਅਤੇ ਕਹਿੰਦੇ ਜਿਸ ਵੇਲੇ ਬਾਬਾ ਜੀ ਨੇ ਕਿਹਾ ਵੀ ਇਹਦੇ ਵਿੱਚ ਤਾਂ ਬਹੁਤ ਖੂਨ ਫਿਰਦਾ ਹੈ, ਸਾਰੇ ਹੈਰਾਨ ਹੋ ਗਏ ਵੀ ਦੇਸੀ ਘਿਓ 'ਚ ਬਣਿਆ ਸਮਾਨ ਹੈ। ਬਾਬੇ ਦੀ ਤਾਂ ਸਕੈਨਿੰਗ ਨਿਗਾਹ ਆ, ਲੱਗੇ ਆ ਨਾ ਸਕੈਨ ਕਰਨ ਵਾਲੇ ਕੈਮਰੇ ਹਸਪਤਾਲਾਂ ਦੇ ਵਿੱਚ, ਜਿਹੜੇ ਸਾਡੇ ਸਰੀਰ ਦੀ ਸਕੈਨ ਕਰਦੇ ਆ ਅੰਦਰੋਂ। ਬਾਬਾ ਜੀ ਤਾਂ ਉਹ ਨਿਗਾਹ, ਦਿਵ ਦ੍ਰਿਸ਼ਟੀ। ਹੁਣ ਲੋਕਾਂ ਨੂੰ ਦੇਸੀ ਘਿਓ ਦਿਸਦਾ, ਪਰ ਬਾਬੇ ਨਾਨਕ ਨੂੰ ਉਹ ਖੂਨ ਦਿਸਦਾ। ਕਹਿਣ ਲੱਗੇ ਤਾਂ ਖੂਨ ਹੀ ਖੂਨ ਫਿਰਦਾ, ਮੈਂ ਤਾਂ ਨਹੀਂ ਖਾਂਦਾ। ਲਾਲੋ ਕਹਿੰਦਾ ਕਿੱਥੇ ਆ ਖੂਨ? ਕਹਿੰਦਾ ਮੈਨੂੰ ਇਹ ਦੱਸ ਵੀ ਜਿਹੜਾ ਇਹ ਪੈਸਾ ਤੂੰ ਕਮਾਈ ਕੀਤੀ ਆ ਉਹ ਕਿਵੇਂ ਆਈ ਆ? ਠੱਗੀਆਂ ਮਾਰ ਕੇ, ਰਿਸ਼ਵਤਾਂ ਲੈ ਕੇ, ਧੋਖਾ ਕਰਕੇ, ਮਹਿੰਗਾਈ ਵਧਾ ਕਰਕੇ ਤੂੰ ਪੈਸਾ ਇਕੱਠਾ ਕੀਤਾ, ਕਾਲਾ ਧਨ, 2 ਨੰਬਰ ਦਾ ਪੈਸਾ, ਉਹਨੂੰ ਸਾਲ ਬਾਅਦ ਥੋੜ੍ਹੀ ਜਿਹੀ ਲੰਗਰ ਚਲਾ ਕੇ 1 ਨੰਬਰ ਦਾ ਬਣਾਉਣ ਨੂੰ ਫਿਰਦਾ। ਲੰਗਰ ਤਾਂ ਲਾਲੋ ਦੇ ਘਰੇ ਚੱਲਦਾ, ਰੋਜ਼ਾਨਾ ਚੱਲਦਾ, ਮੈਂ ਉੱਥੇ ਛਕਦਾ। ਪਿੱਛੇ ਲਾਲੋ ਖੜ੍ਹਾ ਸੀ, ਲਾਲੋ ਨੂੰ ਕਹਿੰਦੇ ਲਾਲੋ ਕੋਈ ਅੱਧਾ ਪ੍ਰਸ਼ਾਦਾ ਪਿਆ ਘਰੇ ਤਾਂ ਲੈ ਕੇ ਆ। ਲਾਲੂ ਘਰੇ ਗਿਆ, ਪੌਣੇ 'ਚ ਲਪੇਟ ਕੇ ਲਿਆਇਆ ਪ੍ਰਸ਼ਾਦਾ ਇੱਕ। ਜਦੋਂ ਫੇਰ ਬਾਬਾ ਨੇ ਕਿਹਾ ਮੈਂ ਨਹੀਂ ਛਕਦਾ, ਇਹ 'ਚ ਖੂਨ ਹੈ, ਅਤੇ ਮਲਕ ਭਾਗੋ ਕਹਿੰਦਾ ਵਿਖਾ ਕਿੱਥੇ ਆ? ਕਹਿੰਦੇ ਆ ਜਾ ਵੇਖ ਲਾ। ਫਿਰ ਕਹਿੰਦੇ ਸੱਜੇ ਹੱਥ ਵਿੱਚ ਲਾਲੂ ਦਾ ਪ੍ਰਸ਼ਾਦਾ ਫੜਿਆ ਅਤੇ ਖੱਬੇ ਹੱਥ ਵਿੱਚ ਪੂਰੀਆਂ ਫੜੀਆਂ, ਅਤੇ ਜਦੋਂ ਦੱਬ ਕੇ ਘੁੱਟੀਆਂ ਅਤੇ ਉਹਨਾਂ ਵਿੱਚੋਂ ਖੂਨ ਡਿੱਗਿਆ। ਜਦੋਂ ਜਿੰਨੇ ਰੋਟੀ ਖਾ ਰਹੇ ਸੀ ਉੱਥੇ ਬੈਠ ਕੇ ਉਹ ਸਾਰੇ ਹੀ ਗੁਰੂ ਪਿਆਰਿਓ ਭੱਜੇ ਫਿਰਨ, ਛੱਡ ਕੇ ਬੈਠ ਗਏ। ਆਹ ਕੀ ਯਾਰ ਹੈ, ਖੂਨ ਕਿੱਥੋਂ ਆ ਗਿਆ? ਸਾਰੇ ਹੈਰਾਨ। ਬਾਬਾ ਜੀ ਕਹਿੰਦੇ 2 ਨੰਬਰ ਦਾ ਪੈਸਾ ਜਿਹੜਾ ਹੁੰਦਾ ਨਾ, ਉਹ ਇਸ ਤਰ੍ਹਾਂ ਇੱਕ ਅੱਧਾ ਦਿਨ ਦਾਨ ਪੁੰਨ ਕਰਨ ਨਾਲ 1 ਨੰਬਰ ਦਾ ਨਹੀਂ ਬਣਦਾ ਗਾ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ। ਅਤੇ ਮਲਕ ਭਾਗੋ ਦਾ ਹੰਕਾਰ ਤਾਂ ਵੱਧ ਗਿਆ, ਉਹ ਤਾਂ ਹੰਕਾਰੀ ਹੋ ਗਿਆ। ਫਿਰ ਅਸੀਂ ਵੀ ਦੇਖਦੇ ਹਾਂ ਮਾਘ ਦੇ ਮਹੀਨੇ ਦੇ ਵਿੱਚ ਬਹੁਤ ਸਾਰੇ ਲੰਗਰ ਜਦੋਂ ਲਾਉਂਦੇ ਆ ਲੋਕ, ਤੁਸੀਂ ਕੀ ਬਣਾਇਆ? ਅਸੀਂ ਦੇਸੀ ਘਿਓ ਦੀਆਂ ਜਲੇਬੀਆਂ ਕੱਢੀਆਂ, ਅਸੀਂ ਬਰੈਡ ਕੱਢੇ ਆ। ਕਹੋ ਸਤਨਾਮ। ਤਰ੍ਹਾਂ ਤਰ੍ਹਾਂ ਦੇ ਲੋਕ ਸਮਾਨ ਕੱਢਦੇ, ਉਹਨੂੰ ਕਹਿੰਦੇ ਲੰਗਰ। ਲੰਗਰ ਹੁੰਦਾ 10 ਨੌਹਾਂ ਦੀ ਕਿਰਤ ਨਾਲ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਨੂੰ ਸੰਗਤਾਂ ਲੈ ਕੇ ਗਈਆਂ ਘਰੋਂ ਘਰੀ ਪ੍ਰਸ਼ਾਦਾ ਛਕਣ ਵਾਸਤੇ, ਇੱਕ ਗਰੀਬ ਸਿੱਖ ਆਪਣੇ ਘਰੇ ਲੈ ਗਿਆ ਇੱਕ ਸਿੱਖ ਨੂੰ, ਜਾ ਕੇ ਹੱਥ ਮੂੰਹ ਧਵਾਏ, ਪੈਰ ਧਵਾਏ, ਫਿਰ ਖੇਸ ਵਿਛਾ ਕੇ ਥੱਲੇ ਉਹਦੇ ਉੱਤੇ ਬਿਠਾ ਕਰਕੇ ਉਹਨਾਂ ਦੇ ਸਾਹਮਣੇ ਭੋਜਨ ਰੱਖਿਆ ਅਤੇ ਭੋਜਨ ਛਕਿਆ। ਅਤੇ ਜਦੋਂ ਮੁੜ ਕੇ ਆਇਆ, ਭਾਈ ਮਲਾਗਰ ਸਿੰਘ ਉਹਨੂੰ ਪੁੱਛਦੇ ਆ ਵੀ ਕੀ ਛਕਿਆ ਤੂੰ? ਕਹਿੰਦਾ ਜੀ ਜਿਹੜਾ ਕੁਝ ਇਸ ਨੇ ਛਕਾਇਆ ਹੈ, ਇਹੋ ਜਿਹਾ ਭੋਜਨ ਤਾਂ ਮੈਂ ਕਦੇ ਛਕਿਆ ਹੀ ਨਹੀਂ ਗਾ। ਕਹਿੰਦੇ ਅੱਛਾ ਕੀ ਛਕਾਇਆ ਭਾਈ ਸਿੱਖਾ ਤੂੰ? ਕਹਿੰਦਾ ਜੀ ਮੇਰੇ ਘਰੇ ਕੁਛ ਵੀ ਨਹੀਂ ਸੀ ਛਕਾਉਣ ਨੂੰ, ਮੈਂ ਕੀ ਛਕਾਉਣਾ ਸੀਗਾ, ਬਸ ਜਿਹੋ ਜਿਹੀ ਹੋ ਸਕੀ ਜਲ ਪਾਣੀ ਦੀ ਸੇਵਾ ਕੀਤੀ। ਕਹਿੰਦੇ ਫਿਰ ਵੀ ਦੱਸਤਾ ਸੀ ਕੀ ਛਕਾਇਆ। ਜਦੋਂ ਬਹੁਤਾ ਹੀ ਪੁੱਛਿਆ ਪਾਤਸ਼ਾਹ ਨੇ, ਤਾਂ ਉਹ ਕਹਿਣ ਲੱਗਿਆ ਸੁੱਕੀਆਂ ਪੀਲਾਂ ਪਈਆਂ ਸੀ ਘਰੇ, ਉਹ ਪਾਣੀ 'ਚ ਭਿਉਂ ਕੇ ਰੱਖੀਆਂ ਸੀ ਖਾਣ ਵਾਸਤੇ, ਉਹੀ ਇਹਨਾਂ ਨੂੰ ਛਕਾਈਆਂ, ਨਾਲ ਜਲ ਛਕਾਤਾ ਬਸ। ਪਰ ਦੂਜੇ ਪਾਸੇ ਅਜੀਤ ਸਿੰਘ ਉਹਨਾਂ ਨੇ ਘਰੇ ਭੋਜਨ ਛਕ ਕੇ ਆਇਆ। ਇਹ ਉਹਨੇ ਅਰਦਾਸ ਕੀਤੀ, ਅੰਨ ਪਾਣੀ ਗੁਰੂ ਕਾ, ਟਹਿਲ ਪਾਣੀ ਸਿੱਖਾਂ ਸੇਵਕਾਂ ਦੀ ਛਕੇ, ਸੋ ਤੇਰਾ ਨਾਮ ਜਪੇ, ਅੜੇ ਚਰਨ ਪਰ ਸੁਤਰੇ। ਤੇ ਇਸ ਕਰਕੇ ਦਾਨ ਦਾ ਮਤਲਬ ਕੀ ਹੈ? ਜਿਹਦੇ ਨਾਲ ਸਾਡੀ ਜਨਮਾਂ ਜਨਮਾਂਤਰਾਂ ਦੀ ਮੈਲ ਦੂਰ ਹੋ ਜੇ, ਸਾਡਾ ਹੰਕਾਰ ਖਤਮ ਹੋ ਕੇ ਸਾਡੇ ਅੰਦਰ ਨਿਮਰਤਾ ਆ ਜਾਵੇ। ਜਨਮ ਕਰਮ ਵੱਲ ਉਤਰੇ ਮਨ ਤੇ ਜਾਏ ਗੁਮਾਨ, ਸਾਡੇ ਮਨ ਤੋਂ ਹੰਕਾਰ ਲੈ ਜਾਵੇ। ਕਾਮ ਕ੍ਰੋਧ ਨ ਮੋਹੀ ਹੈ, ਐਸਾ ਦਾਨ ਉਹ ਦਾਨ ਹੈ ਸ਼ਬਦ ਦਾ ਦਾਨ, ਸਿਮਰਨ ਦਾ ਦਾਨ। ਇਹ ਸਿਮਰਨ ਹੀ 5 ਵਿਕਾਰਾਂ ਦਾ ਖਾਤਮਾ ਕਰਦਾ। ਇਸ ਕਰਕੇ ਇੱਥੇ ਗੱਲ ਕੀਤੀ ਹੈ
ਕਿ ਮਾਘ ਦੀ ਸੰਗਰਾਂਦ ਭਾਵ ਦੂਸਰਾ ਅਰਥ ਹੈ ਮਨੁੱਖਾ ਜਨਮ ਰੂਪੀ ਇਸ ਘਰ ਵਿੱਚ ਨਾਮ ਜਪਣਾ ਚਾਹੀਦਾ ਹੈ। ਕਿਉਂਕਿ ਜਿਹੜੇ ਮਹੀਨਿਆਂ ਦੇ ਨਾਮ ਹੈ ਉਹ ਕੇਵਲ ਮਹੀਨਿਆਂ ਦੇ ਨਾਮ ਨਹੀਂ, ਉਹਨਾਂ ਦਾ ਅੰਤਰੀ ਭਾਵ ਹੋਰ ਵੀ ਹੈ। ਚਾਰ ਚਾਰ ਅਰਥ ਨਿਕਲਦੇ ਇੱਕ ਇੱਕ ਸ਼ਬਦ ਦੇ। ਜਦੋਂ ਮਾਘ ਨੂੰ ਸੰਧੀ ਛੇਦ ਕਰਕੇ ਅਰਥ ਕਰਾਂਗੇ ਤੇ ਮੰਮੇ ਦਾ ਮਤਲਬ ਮਨੁੱਖਾ ਜਨਮ, ਮਾਨਸ ਜਾਮਾ, ਮੰਮੇ ਕਹਿੰਦਾ ਮਾਨਸ ਜਾਮਾ। ਜਿਵੇਂ ਅੰਗਰੇਜ਼ੀ ਵਿੱਚ ਵੀ ਆਪਾਂ ਕਿਸੇ ਦਾ ਨਾਮ ਵੱਡਾ ਹੈ ਤੇ ਅਸੀਂ GS BS ਪਾ ਦਿੰਦੇ ਹਾਂ, ਕਹੋ ਸਤਨਾਮ। ਇੱਦਾਂ ਪੰਜਾਬੀ ਦੇ ਅਰਥ ਵੀ ਕੀਤੇ ਜਾਂਦੇ ਆ। ਤੋ ਮਾਂ, ਮੰਮੇ ਕੰਨਾ ਮਾਂ ਦਾ ਮਤਲਬ ਹੈ ਮਾਨਸ ਜਾਮੇ ਵਿੱਚ, ਘੱਗਾ ਰਾਰਾ ਘਰ, ਮਾਨਸ ਰੂਪੀ ਘਰ ਵਿੱਚ, ਮਨੁੱਖ ਜੁਮੀ ਰੂਪੀ ਜਾਮੇ ਵਿੱਚ ਹਰੀ ਦੇ ਨਾਮ ਦਾ ਦਾਨ ਕਰਿਆ ਕਰੋ। ਆਪ ਜਪਿਆ ਕਰੋ, ਹੋਰਾਂ ਨੂੰ ਜਪਾਇਆ ਕਰੋ। ਇਹ ਵੱਡਾ ਦਾਨ ਹੈ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ, ਜਨਮ ਕਰਮ ਵਾਲੇ ਉਤਰੇ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀ ਹੈ। ਇਸ ਦੇ ਨਾਲ ਤੇਰੇ ਅੰਦਰੋਂ ਵਾਸ਼ਨਾਵਾਂ, ਕਾਮ ਦਾ ਮਤਲਬ ਕੇਵਲ ਕਾਮ ਹੀ ਨਹੀਂ, ਕਾਮ ਦਾ ਦੂਸਰਾ ਮਤਲਬ ਹੈ ਆਸ਼ਾ ਤ੍ਰਿਸ਼ਨਾਵਾਂ, ਭੱਜ ਦੌੜ, ਇਹ ਵੀ ਖਤਮ ਹੋ ਜਾਵੇਗੀ ਨਾਮ ਜਪਿਆ। ਕਾਮ ਕ੍ਰੋਧ ਨਾ ਮੋਹੀ ਹੈ, ਕ੍ਰੋਧ ਗੁੱਸਾ ਆਦਿ ਇਹ ਵੀ ਦੂਰ ਹੋ ਜਾਵੇਗਾ। ਸੰਸਾਰ ਦੀਆਂ ਵਸਤੂਆਂ ਦਾ ਮੋਹ ਵੀ ਖਤਮ ਹੋ ਜਾਵੇਗਾ, ਕਿਉਂਕਿ ਦਾਨ ਉਹੀ ਕਰ ਸਕਦਾ ਜਿਹੜਾ ਮੋਹ ਤਿਆਗੇ। ਅਤੇ ਜਿਹਨੂੰ ਵਸਤੂਆਂ ਨਾਲ ਮੋਹ ਹੈ ਉਹ ਤਾਂ ਦੂਜਿਆਂ ਦੀਆਂ ਵੀ ਖੋਹ ਕੇ ਇਕੱਠੀਆਂ ਕਰਦਾ। ਇਸ ਕਰਕੇ ਤੇਰੇ ਅੰਦਰੋਂ ਇਹਨਾਂ ਵਿਕਾਰਾਂ ਦਾ ਖਾਤਮਾ ਹੋ ਜਾਵੇਗਾ। ਸਿਮਰਨ ਕਰੇ। ਅਤੇ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਪੂਰੀਆਂ ਦੇ ਵਿੱਚੋਂ ਕਹਿੰਦੇ ਖੂਨ ਕੱਢ ਕੇ ਦਿਖਾ ਦਿੱਤਾ, ਭਾਈ ਲਾਲੋ ਦੇ ਕੋਧਰੇ ਦੇ ਪ੍ਰਸ਼ਾਦੇ 'ਚੋਂ ਦੁੱਧ ਚੋਇਆ, ਕਹਿੰਦੇ ਆਹ ਹੈ ਅਸਲ ਦੇ ਵਿੱਚ ਬ੍ਰਹਮ ਭੋਜ, ਜੋ ਦਸਾਂ ਨੌਹਾਂ ਦੀ ਕਿਰਤ ਕਰਕੇ ਇਹ ਲੰਗਰ ਤਿਆਰ ਕਰਦਾ। ਇਹ ਬ੍ਰਹਮ ਭੋਜ ਹੈ। ਆਹ ਠੱਗੀਆਂ ਦਾ ਪੈਸਾ ਬ੍ਰਹਮ ਭੋਜ ਨਹੀਂ ਹੋ ਸਕਦਾ, ਇਹ ਲੰਗਰ ਨਹੀਂ ਹੋ ਸਕਦਾ ਗਾ। ਤਾਂ ਉਸ ਵੇਲੇ ਮਲਕ ਭਾਗੋ ਬੜਾ ਗੁੱਸੇ 'ਚ ਆ ਗਿਆ, ਕਿਉਂਕਿ ਮੋਹਤਵਾਰ ਬੰਦਾ, ਪਿੰਡ ਦਾ MLA, ਭਾਵ ਰਾਜੇ ਦਾ ਵਜ਼ੀਰ, ਉਦੋਂ ਰਾਜੇ ਵਜ਼ੀਰ ਹੁੰਦੇ ਸੀਗੇ, ਹੁਣ ਮੰਤਰੀ MLA ਆ। ਤਾਂ ਇੱਕ ਵੱਡਾ ਵਜ਼ੀਰ ਪਠਾਨ ਰਾਜੇ ਦਾ ਬੜਾ ਗੁੱਸਾ ਆਇਆ, ਕਹਿੰਦਾ ਕੋਈ ਗੱਲ ਨਹੀਂ, ਬਦਲਾ ਲਊਂਗਾ। ਦਿਲ ਵਿੱਚ ਘਰੋੜ ਰੱਖ ਲਈ, ਜੇ ਤਾਂ ਪੈਰੀ ਪੈ ਜਾਂਦਾ ਮਾਫੀ ਮੰਗ ਲੈਂਦਾ, ਬਾਬਾ ਜੀ ਇਹਦਾ ਮਾਰਗ ਦਰਸ਼ਨ ਕਰਦੇ, ਇਹਨੂੰ ਸਿੱਧੇ ਰਸਤੇ ਪਾਉਂਦੇ, ਇਹਦਾ ਭਲਾ ਹੋ ਜਾਂਦਾ। ਪਰ ਇਹਨੇ ਮਨ ਵਿੱਚ ਘਰੋੜ ਰੱਖ ਲਈ ਬਈ ਸਾਧ ਨੇ ਅੱਜ ਮੇਰੀ ਬੇਇੱਜ਼ਤੀ ਕੀਤੀ ਆ, ਮੈਂ ਬਦਲਾ ਲਊਂਗਾ। ਔਰ ਉਹ ਸਮੇਂ ਨੂੰ ਉਡੀਕਦਾ ਰਿਹਾ। ਇੱਕ ਦਿਨ ਸਮਾਂ ਆਇਆ, ਜਿਹੜਾ ਇਹਦਾ ਰਾਜਾ ਸੀ ਪਠਾਨ, ਉਹਦਾ ਪੁੱਤਰ ਬਿਮਾਰ ਪਿਆ ਸੀ ਕਈ ਮਹੀਨਿਆਂ ਤੋਂ, ਅਤੇ ਬੜੇ ਇਲਾਜ ਕਰਾਏ ਪਠਾਨ ਨੇ, ਪਰ ਉਹ ਠੀਕ ਨਹੀਂ ਸੀ ਹੋ ਰਿਹਾ। ਅਤੇ ਇੱਕ ਦਿਨ ਕਹਿੰਦੇ ਇਸ ਨੇ ਮਲਕ ਭਾਗੋ ਨੂੰ ਕਿਹਾ, ਯਾਰ ਸਮਝ ਨਹੀਂ ਆਉਂਦੀ, ਮੁੰਡਾ ਠੀਕ ਨਹੀਂ ਹੁੰਦਾ, ਰਾਜਕੁਮਾਰ ਕੋਈ ਦੱਸ ਕੀ ਕਰੀਏ। ਉਹ ਕਹਿਣ ਲੱਗਿਆ, ਜੀ ਕਿਸੇ ਤਪੇ ਨੂੰ ਫੜੋ, ਭਾਵ ਉਹਦੀ ਸੂਈ ਸਿੱਧੀ ਬਾਬੇ ਨਾਨਕ ਦੇ ਵੱਜੀ ਵੀ ਅੱਜ ਬਾਬੇ ਨਾਨਕ ਨੂੰ ਫਸਾਉਣੇ ਆ। ਉਹ ਕਹਿੰਦਾ ਬਥੇਰੇ ਸਾਧਾਂ ਕੋਲੇ ਜਾ ਆਇਆ, ਬਥੇਰੀਆਂ ਕਬਰਾਂ ਪੂਜ ਲਈਆਂ, ਬਥੇਰੀਆਂ ਚਾਦਰਾਂ ਚੜ੍ਹਾਤੀਆਂ, ਬੜੇ ਪ੍ਰਸ਼ਾਦ ਕਰਾਤੇ, ਸ਼ੀਰਨੀਆਂ ਕਰਾਤੀਆਂ, ਕੋਈ ਗੱਲ ਨਹੀਂ ਬਣੀ, ਦਵਾਈਆਂ ਬਹੁਤ ਦਵਾਤੀਆਂ। ਮਲਕ ਭਾਗੋ ਕਹਿੰਦਾ ਆਪਣੇ ਪਿੰਡ ਵਿੱਚ ਇੱਕ ਤਪਾ ਆਇਆ ਵਾ, ਉਹਨੂੰ ਫੜੋ। ਕਹਿੰਦੇ ਕਿਹੜਾ ਤਪਾ? ਕਹਿੰਦੇ ਉਹ ਲਾਲੋ ਦੇ ਘਰੇ ਰਹਿੰਦਾ, ਨਾਨਕ ਤਪਾ, ਉਹ 'ਚ ਬਹੁਤ ਸ਼ਕਤੀ ਹੈ, ਜੇ ਤੁਸੀਂ ਉਸ ਨੂੰ ਸੱਦ ਕੇ ਕਹੋ ਵੀ ਮੇਰੇ ਮੁੰਡੇ ਨੂੰ ਠੀਕ ਕਰ ਦੇ। ਪਰ ਰਾਜਾ ਸਾਹਿਬ ਮੈਨੂੰ ਪੱਕਾ ਪਤਾ ਉਹਨੇ ਜਵਾਬ ਦੇ ਦੇਣਾ, ਕਿਉਂਕਿ ਇਹਦਾ ਲੰਗਰ ਛਕਣ ਨੂੰ ਜਵਾਬ ਦੇ ਦਿੱਤਾ ਸੀਗਾ। ਉਹਨੇ ਸੋਚਿਆ ਵੀ ਇੱਥੇ ਵੀ ਆ ਕੇ ਜਵਾਬ ਦੇ ਦੂਗਾ। ਉਹਨੇ ਜਵਾਬ ਦੇ ਦੇਣਾ, ਤੇਰੇ ਮੁੰਡੇ ਨੂੰ ਠੀਕ ਨਹੀਂ ਕਰਨਾ, ਅਤੇ ਫੜ ਕੇ ਉਹਨੂੰ ਅੰਦਰ ਕਰ ਦੀ। ਉਹ ਠੀਕ ਕਰ ਸਕਦਾ, ਪਰ ਉਹਨੇ ਕਰਨਾ ਨਹੀਂ। ਅੱਛਾ, ਕਹਿੰਦੇ ਉਸੇ ਵੇਲੇ ਪਠਾਨ ਨੇ 2 ਬੰਦੇ ਭੇਜੇ ਬਾਬੇ ਨਾਨਕ ਦੇ ਵੱਲ। ਉਹ ਆ ਕੇ ਕਹਿੰਦੇ ਵੀ ਨਾਨਕ ਤਪੇ, ਤੈਨੂੰ ਰਾਜਾ ਸਾਹਿਬ ਨੇ ਸੱਦਿਆ। ਕਾਹਦੇ ਵਾਸਤੇ? ਕਹਿੰਦੇ ਉਹਦਾ ਬੱਚਾ ਬਿਮਾਰ ਹੈ, ਉਹ ਠੀਕ ਕਰਨਾ ਹੈ, ਅਤੇ ਉਹਨੇ ਤੈਨੂੰ ਸੱਦਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੇ ਨਾਲ ਚਲੇ ਗਏ। ਜਿਸ ਵੇਲੇ ਉਹਨਾਂ ਦੇ ਘਰ ਗਏ ਅਤੇ ਰਾਜਾ ਪਠਾਨ ਜਿਵੇਂ ਸਿਖਾਇਆ ਸੀ ਮਲਕ ਭਾਗੋ ਦਾ ਉਵੇਂ ਹੀ ਬੋਲਦਾ। ਕਹਿੰਦਾ ਨਾਨਕ ਤਪੇ, ਮੇਰਾ ਮੁੰਡਾ ਬਿਮਾਰ ਪਿਆ, ਉਹ ਠੀਕ ਕਰ ਦੇ।
ਜੇ ਤੂੰ ਨਾ ਠੀਕ ਕੀਤਾ ਮੈਂ ਤੈਨੂੰ ਫੜ ਕੇ ਅੰਦਰ ਕਰ ਦੂੰਗਾ, ਤੇਰਾ ਰੋਟੀ ਪਾਣੀ ਬੰਦ ਕਰ ਦੂੰਗਾ। ਪਿਆਰ ਨਾਲ ਨਹੀਂ ਕਿਹਾ ਨਹੀਂ, ਕਿਉਂਕਿ ਉਵੇਂ ਸਿਖਾਇਆ ਸੀਗਾ, ਉਵੇਂ ਕਹਿਤਾ ਉਸ ਨੇ। ਅਤੇ ਜਿਸ ਵੇਲੇ ਉਹਨੇ ਇੱਦਾਂ ਕਿਹਾ ਤਾਂ ਬਾਬਾ ਨਾਨਕ ਜੀ ਕਹਿੰਦੇ ਉਹ ਭਲਿਆ, ਜਿਸ ਬੱਚੇ ਦੇ ਮੂੰਹ ਵਿੱਚ ਇੰਨੀਆਂ ਗੱਲਾਂ ਕਰਦਾ ਹੈ, ਪਤਾ ਮੰਗਾ ਜਿਉਂਦਾ ਵੀ ਹੈ ਕਿ ਮਰ ਗਿਆ। ਇੰਨੀ ਗੱਲ ਕਹਿਣ ਦੀ ਦੇਰ ਸੀ, ਇੱਧਰੋਂ ਨੇ ਬੰਦਾ ਭੇਜਿਆ ਪਤਾ ਮੰਗਾਉਣ ਵਾਸਤੇ, ਨੌਕਰ ਇੱਕ, ਅਤੇ ਉੱਧਰੋਂ ਘਰੋਂ ਇੱਕ ਨੌਕਰ ਮੁੜਿਆ ਆਉਂਦਾ। ਰਸਤੇ ਵਿੱਚ ਦੋਨੇ ਇਕੱਠੇ ਹੋਏ, ਕਹਿੰਦੇ ਕਿਵੇਂ ਆ? ਕਹਿੰਦੇ ਰਾਜਕੁਮਾਰ ਮਰ ਗਿਆ, ਹੁਣੇ ਮਰਿਆ। ਕਹੋ ਸਤਨਾਮ ਸੀ। ਅੱਛਾ। ਦੋਨੇ ਵਾਪਸ ਰਾਜੇ ਕੋਲ ਆ ਗਏ, ਕਹਿੰਦੇ ਰਾਜਾ ਸਾਹਿਬ ਉਹ ਤਾਂ ਮਰ ਗਿਆ। ਰਾਜਾ ਉੱਧਰ ਪੈ ਗਿਆ, ਸਤਿਗੁਰੂ ਮੁੜ ਕੇ ਘਰੇ ਆ ਗਏ। ਕਹੋ ਸਤਨਾਮ। ਜੇ ਉਹੀ ਰਾਜਾ ਕਿਤੇ ਪਿਆਰ ਨਾਲ ਕਹਿੰਦਾ ਤੇ ਤਾਂ ਮੁਰਦਿਆਂ ਵਿੱਚ ਵੀ ਜਾਨ ਪਾ ਦਿੰਦੇ ਆ। ਕਹੋ ਸਤਨਾਮ। ਠੀਕ ਕਰਨ ਲਈ ਕਿਹੜੀ ਗੱਲ ਸੀ? ਸੋ ਮਲਕ ਭਾਗੋ ਨੇ ਆਪ ਦੀ ਕਿੜ ਕੱਢਣੀ ਸੀ, ਪਰ ਉਹਦੀ ਕਿੜ ਨਾ ਨਿਕਲੀ। ਉਹਦਾ ਜਿਹੜਾ ਸੀਗਾ ਘਰੋੜ ਉਹ ਨਾ ਨਿਕਲੀ, ਲਾਹਾ ਨਹੀਂ ਖੱਟ ਸਕੇ। ਇਸ ਕਰਕੇ ਜੇ ਅਸੀਂ ਨਾਮ ਜਪੀਏ, ਨਾਮ ਜਪਣ ਵਾਲਿਆਂ ਦੀ ਸੰਗਤ ਕਰੀਏ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ, ਫਿਰ ਜਨਮ ਕਰ ਮਲ ਉਤਰੇ ਮਨ ਤੇ ਜਾਏ ਗੁਮਾਨ। ਫਿਰ ਸਾਡੀ ਜਨਮਾਂ ਜਨਮਾਂਤਰਾਂ ਦੀ ਮੈਲ ਲੈ ਜਾਂਦੀ ਆ, ਮਨ ਵਿੱਚੋਂ ਹੰਕਾਰ ਉੱਡ ਜਾਂਦਾ ਹੈ, ਕਾਮ ਕ੍ਰੋਧ ਨ ਮੋਹੀਐ ਬਿਨਸੈ ਲੋਭ ਸਵਾਨ। ਫਿਰ ਅੰਦਰੋਂ ਇਹਨਾਂ ਪੰਜਾਂ ਵਿਕਾਰਾਂ ਦਾ ਖਾਤਮਾ ਹੁੰਦਾ ਹੈ। ਅਤੇ ਜਦੋਂ ਪੰਜੇ ਵਿਕਾਰਾਂ ਦਾ ਖਾਤਮਾ ਹੋ ਗਿਆ, ਫਿਰ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਫਿਰ ਸੱਚ ਦੇ ਮਾਰਗ 'ਤੇ ਚੱਲਦਿਆਂ ਦੁਨੀਆ ਵੀ ਉਹਨੂੰ ਚੰਗਾ ਕਹਿੰਦੀ ਆ। ਜੋ ਸੱਚ ਦੇ ਮਾਰਗ 'ਤੇ ਚੱਲ ਪਿਆ, ਜੋ ਮਾੜੇ ਕੰਮ ਛੱਡ ਕੇ ਚੰਗੇ ਰਸਤੇ ਪੈ ਗਿਆ, ਦੁਨੀਆ ਪਿੰਡ ਵਾਲੇ ਵੀ ਉਹਨੂੰ ਸਲਾਹੁਣ ਲੱਗਦੇ, ਚੱਲ ਚੰਗਾ ਹੋਇਆ ਯਾਰ, ਸਿੱਧੇ ਰਸਤੇ ਪੈ ਗਿਆ ਹੁਣ ਇਹ ਬੰਦਾ। ਦੁਨੀਆ ਵੀ ਉਸ ਨੂੰ ਚੰਗਾ ਕਹਿੰਦੀ ਆ। ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ, 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਜੇ ਜੀਵਾਂ 'ਤੇ ਦਇਆ ਹੀ ਨਹੀਂ ਕਰਨੀ ਤੇ ਫਿਰ ਤੀਰਥਾਂ 'ਤੇ ਨਹਾਉਣ ਦਾ ਕੋਈ ਫਾਇਦਾ ਨਹੀਂ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਹਾਤਿਆਂ ਦੋਏ ਪਾਉ ਚੜ੍ਹੀ ਅਸ ਹੋਰ। ਫਿਰ ਕੋਈ ਫਾਇਦਾ ਨਹੀਂ ਤੀਰਥਾਂ 'ਤੇ ਨਹਾਉਣ ਦਾ ਜੇ ਲੋਕਾਂ 'ਤੇ ਜੀਵਾਂ 'ਤੇ ਦਇਆ ਨਹੀਂ ਕਰਨੀ। ਧੌਲ ਧਰਮ ਦਇਆ ਕਾ ਪੂਤ, ਪਵਿੱਤਰ ਧਰਮ ਦਇਆ ਦੇ ਵਿੱਚੋਂ ਪੈਦਾ ਹੋਣਾ। ਧੌਲ ਹੁੰਦਾ ਚਿੱਟਾ। ਬ੍ਰਾਹਮਣਾਂ ਨੂੰ ਸਮਝ ਨਹੀਂ ਆਈ, ਉਹ ਕਹਿੰਦੇ ਧਰਤੀ ਦੇ ਹੇਠਾਂ ਚਿੱਟੇ ਰੰਗ ਦਾ ਬਲਦ ਹੈ, ਉਹਦੇ ਉੱਤੇ ਧਰਤੀ ਖੜੀ ਆ। ਕਹੋ ਸਤਨਾਮ ਸੀ। ਗੱਲਬਾਤ ਹੋਈ ਨਾ ਬਾਬੇ ਨਾਨਕ ਦੀ ਬ੍ਰਾਹਮਣਾਂ ਨਾਲ, ਕਹਿੰਦੇ ਧਰਤੀ ਬਲਦ ਦੇ ਸਿੰਘਾਂ 'ਤੇ ਖੜੀ ਆ। ਜਦੋਂ ਬਲਦ ਥੱਕ ਜਾਂਦਾ, ਸਿੰਘ ਬਦਲਦਾ, ਫਿਰ ਧਰਤੀ ਦੇ ਉੱਤੇ ਭੁਚਾਲ ਆ ਜਾਂਦਾ। ਬਾਬਾ ਜੀ ਕਹਿੰਦੇ ਉਸ ਬਲਦ ਕਾਸ 'ਤੇ ਖੜਾ, ਕਹਿੰਦੇ ਉਹਦੇ ਹੇਠਾਂ ਹੋਰ ਧਰਤੀ ਆ, ਅਤੇ ਉਹਦੇ ਹੇਠਾਂ ਹੋਰ ਧਰਤੀ ਹੈ, ਅਤੇ ਉਹ ਕਾਸ 'ਤੇ ਖੜੀ ਹੈ। ਕਹਿੰਦੇ ਉਹਦੇ ਹੇਠਾਂ ਹੋਰ ਬਲਦ ਹੈ। ਬਾਬਾ ਜੀ ਪੁੱਛੇ ਗਏ, ਧਰਤੀਆਂ 'ਤੇ ਬਲਦ ਵਧਾਈ ਗਿਆ। ਬਾਬਾ ਜੀ ਕਹਿੰਦੇ ਬੰਦ ਕਰ ਦੇ, ਕੋਈ ਥੱਲੇ ਬਲਦ ਨਹੀਂ ਹੈਗਾ। ਇਹ ਧਰਤੀ ਧਰਮ 'ਤੇ ਖੜੀ ਹੈ। ਜਦੋਂ ਲੋਕਾਂ ਵਿੱਚੋਂ ਧਰਮ ਖਤਮ ਹੋ ਜਾਂਦਾ, ਉਦੋਂ ਭੁਚਾਲ ਆਉਂਦੇ ਆ, ਉਦੋਂ ਲੜਾਈਆਂ ਹੁੰਦੀਆਂ, ਉਦੋਂ ਲੋਕ ਮਰਦੇ ਆ। ਲੋਕ ਮਰਦੇ ਕਦੋਂ ਹੈ? ਜਦੋਂ ਲੋਕਾਂ ਦੇ ਵਿੱਚੋਂ ਗਿਆਨ ਖਤਮ ਹੋ ਜਾਂਦਾ, ਜਦੋਂ ਲੋਕਾਂ ਵਿੱਚੋਂ ਧਰਮ ਖਤਮ ਹੋ ਜਾਂਦਾ, ਜਦੋਂ ਲੋਕ ਅਧਰਮੀ ਹੋ ਜਾਂਦੇ ਹੈ, ਜਦੋਂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੋਣ ਲੱਗ ਜਾਂਦੀਆਂ। ਕੌਣ ਕਰੂਗਾ? ਅਧਰਮੀ। ਜਿਹਨੂੰ ਪਿਆਰ ਨਹੀਂ ਗੁਰੂ ਗ੍ਰੰਥ ਸਾਹਿਬ ਨਾਲ ਜਾਂ ਵੇਦਾਂ ਗ੍ਰੰਥਾਂ ਦੇ ਨਾਲ, ਜਿਹਨੂੰ ਪਿਆਰ ਨਹੀਂ, ਉਹ ਇਹਨਾਂ ਦੀ ਬੇਅਦਬੀ ਕਰੂਗਾ, ਉਹ ਅਧਰਮੀ ਹੋ ਗਏ। ਫਿਰ ਇਹਦੇ ਪਿੱਛੇ ਲੜਾਈਆਂ ਹੁੰਦੀਆਂ, ਕੋਈ ਕਿਸੇ ਨੂੰ ਮਾਰਦਾ, ਕੋਈ ਕਿਸੇ ਨੂੰ ਮਾਰਦਾ, ਕੋਈ ਸਤਨ ਵੱਢ ਟੁੱਕ ਹੁੰਦੀ ਆ। ਕੋਈ ਬਲਦ ਨਹੀਂ ਹੈ। ਧੌਲ ਧਰਮ ਦਇਆ ਕਾ ਪੂਤ, ਜਦੋਂ ਲੋਕਾਂ ਵਿੱਚੋਂ ਦਇਆ ਖਤਮ ਹੋ ਜਾਂਦੀ ਹੈ, ਉਦੋਂ ਫਿਰ ਧਰਮ ਰੂਪੀ ਜਿਹੜਾ ਬਲਦ ਹੈ ਉਹ ਸਿੰਘ ਬਦਲਦਾ। ਕਹੋ ਸਤਨਾਮ ਸੀ। ਭਾਵ ਉਦੋਂ ਬਦਲਾਓ ਆਉਂਦਾ ਦੁਨੀਆ ਵਿੱਚ, ਫਿਰ ਲੜਾਈਆਂ ਹੁੰਦੀਆਂ, ਚੱਕਰ ਚੱਲਦੇ। ਧੌਲ ਧਰਮ ਦਇਆ ਕਾ ਪੂਤ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਦੋਂ ਅਸੀਂ ਦਇਆ ਕਰਦੇ ਹਾਂ ਉਦੋਂ ਅਸੀਂ ਧਰਮੀ ਹਾਂ, ਜਦੋਂ ਅਸੀਂ ਦਇਆ ਨਹੀਂ ਕਰਦੇ ਉਦੋਂ ਅਸੀਂ ਧਰਮੀ ਨਹੀਂ ਹਾਂ। ਅਤੇ ਜੀਵਾਂ 'ਤੇ ਦਇਆ ਕਰਨੀ ਹੀ ਵੱਡਾ ਪੁੰਨ ਹੈ। 68 ਤੀਰਥਾਂ ਦਾ ਇਸ਼ਨਾਨ ਸਭ ਤੋਂ ਵੱਡਾ ਪੁੰਨਦਾਨ ਹੈ, ਜੀਵਾਂ 'ਤੇ ਦਇਆ ਕਰਨੀ। ਅਤੇ ਦਇਆ ਵੀ ਕਿਹੜਾ ਹਰੇਕ ਕਰ ਸਕਦਾ। ਲੋਕਾਂ ਦੇ ਕੋਲ ਕੋਠੇ ਭਰੇ ਪਏ ਆ ਮਾਇਆ ਦੇ, ਪਰ ਕਿਸੇ ਨੂੰ ਕਾਣੀ ਕੌਡੀ ਦੇਣ ਨੂੰ ਤਿਆਰ ਨਹੀਂ।
मैं पहला गल की भी माघ की संगरांद वाले दिन तो बहुत दान पुण्य करनगे, पर अगले पिछले दिन कोई आके कह दे भी प्रशादा छकना, चल चल गां चल, है नहीं गा। कहो सतनाम श्री। भाव स्वार्थी आ, वो माघ वाले दिन भी तां करदे आ भी साडा महीना वधिया टप जूगा, आने वाला साल वधिया टप्पू। अज माघ की संगरांद है भाई। तो इस करके सतगुरु पातशाह जी बख्शिश करते हैं, सिखो जीवां ते दया करनी बनती है। जे दया करांगे तो ये विचों ही असी धर्मी हो सकते हाँ। ये दया ही परमेश्वर दर ते प्रवान है। एक रैबा नाम की मुसलमान इस्त्री हुई आ, वो मक्के नूं जा रही है, तो ਉਹਦੇ पल्ले 4 प्रशादे बने हुए न छकण वास्ते, तुरी जा रही है। दुपहरा होया, किते भुख लगी, प्रशादा छकण बैठी किसी दरख्त हेठां, उत्थे नेड़े सूई कुत्ती बैठी सी। हुण ये जिहड़ा कुत्ता जानवर है, ये बंदे की बड़ी आस रखता है, बंदे के प्रति ईमानदार भी है। जे कुत्ती नूं पता लगिया कि बीबी प्रशादा छकण लगी है, भज के आई, पूछ मार लगी, और रैबा ने उसनूं एक प्रशादा पा दिता। उन्हें फटाफट चब्बिया, प्रशादा अंदर सिटिया, फिर पूछ मार दिया, होर दे, उन्हें एक होर पाता। भाव रैबा दे एक रोटी खांदियां खांदियां वो तिन्ने खा गई। हुण रैबा नूं अज भुख बड़ी लगी है, तुरिया नहीं जांदा गा, मक्के वाल जा रही है दर्शनां दे लई। कहंदे जिस वेले तुरिया ना गया तो फिर किते बैठ गई, तो जिथे बैठ गई उत्थे बैठ के अपना भजन बंदगी करन लगी, परमेश्वर नूं याद करन लगी। उत्थे ही मक्के ने आके उन्होंने दर्शन दे दिते, जाण दी लोड़ ही नहीं पई। कहो सतनाम श्री। तो ये समझाउण दीयां गल्लां, ये उदाहरणां समझण समझाउण वास्ते हुंदियां भी जीवां ते दया ही काम आउंदी है। कहो सतनाम श्री। जी दया प्रवान जिसनों देवे दया कर, ते ये दया भी दयालु तो मिलदी आ, वो दया करके साडे विच दया भरे। पातशाह जी का बचन है ना, बाबा नानक जी कहते, मैं किहदे नाल हाँ, नीचा अंदर नीच जात, नीची हुआत नीच, नानक तिनके संग साथ वड्डियां किस्यों क्या रीस, जिथे नीच संभालीन तिथे नज़र तेरी बख्शीस। उत्थे परमेश्वर की नज़र है, दया है, बख्शिश है। जिथे गरीबां की संभाल की जाती है बिना स्वार्थ दे, कले माघी वाले दिन नहीं, अगे पिछे भी। कहो सतनाम श्री। जदों भी किसी नूं लोड़ पैंदी है, जदों वो संभाले जाते हैं। जिथे नीच संभालीन तिथे नज़र तेरी बख्शीश। तो बाबा जी कहते इस तरह सिखो, जिसनों देवै दया कर। ये दया भी साडे विच परमेश्वर पाउंदा है। दुनिया विच किन्ने तरह की दुनिया, रंगी रंगी भांति कर कर जिनसी माया, जिन उपाई कर कर देखै कीता अपना, जिव तिस दी वडियाई। भाव तरह तरह की दुनिया बनाई है, कोई कामी है, कोई क्रोधी है, कोई लालची है। हुण सरकारां दे विच ऐसे ऐसे अफसर भी है जिन्हां नूं लाखां रुपया तनख्वाहां भी मिलदी है, पर फिर भी सैन करन दी रिश्वत लैंदे आ, लालची। ते कई बारी जनता उन्हां नूं कुत्तियां दा रूप दिंदी है, फलाना अफसर तां कुत्तियां वर्गा लालची है यार, गल गल ते पैसे मंगदा। भाव ये जिन्हें 5 औगण है ना, ये पशुआं दे सन जिहड़े बंदे विच आ गए। कहो सतनाम श्री। काम वासना हाथी का औगण है, हाथी दे विच है। लालच कुत्ते दे विच बहुत ज़्यादा है। इस तरह ही गुरु प्यारिओ, मच्छी जिहड़ी है इनू पानी पत्थर चट्टण की आदत है। भौरा जिहड़ा है इनू अखां का दोष है, ये अखां दे नाल वेख के दीवे दे वल भजदा ते इहदी मौत हो जाती है। कन्नां दा दोष मिरग नू है, वो घंडे हेड़े की आवाज़ सुन के उहदे वल जांदा ते उत्थे वो मारिया जांदा जां फड़िया जांदा। ये 5 औगण पशुआं विच सी, जिहड़े पंजे दे पंजे बंदे विच आ गए। वो पशु जिहड़े आ एक एक औगण करके फस जाते हैं, मारे जाते हैं, फड़े जाते हैं, तो बंदे विच पंजे औगण आ गए, तो बंदा किवें बचूगा? बचूगा सिमरन करके। पातशाह जी कहते, काम क्रोध न मोही है बिनसै लोभ सुहान। ये पंजे विकार तेरे अंदरों खत्म हो जाएंगे, सच्चे मार्ग चलदियां उस्तत करे जहान। लोक भी चंगा कहणगे, परलोक विच भी चंगा कहणगे।
68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜੀਵਾਂ ਤੇ ਦਇਆ ਕਰਨੀ ਹੀ 68 ਤੀਰਥਾਂ ਦਾ ਇਸ਼ਨਾਨ ਹੋ ਗਿਆ। ਕਿਧਰੇ ਜਾਣ ਦੀ ਲੋੜ ਨਹੀਂ ਤੁਹਾਨੂੰ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਮਨੁੱਖ ਨੂੰ ਗਿਆਨ ਹੋ ਜਾਵੇ ਤੇ ਸਮਝੋ ਤੀਰਥਾਂ ਦਾ ਇਸ਼ਨਾਨ ਹੋ ਗਿਆ। ਜੇ ਗਿਆਨ ਨਹੀਂ ਹੈ ਤੇ ਫਿਰ ਭਾਵੇਂ ਜਿੰਨੇ ਮਰਜ਼ੀ ਤੀਰਥ ਨਹਾ ਲੇ, ਫਿਰ ਕੋਈ ਫਾਇਦਾ ਨਹੀਂ ਹੋਣਾ। ਬਾਬਾ ਜੀ ਅਗਲੀ ਪੰਕਤੀ ਵਿੱਚ ਕਹਿੰਦੇ, ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਇਹ ਤਾਂ ਵੀ ਰੱਬ ਜੀ ਨੂੰ ਸਿਆਣਾ ਬਣਾਵੇ ਉਹੀ ਸਿਆਣਾ। ਨਾ ਆਪਦੀ ਆਪ ਕੋਈ ਸਿਆਣਾ ਅਕਮਲਾ ਬਣ ਕੇ ਰਾਜੀ ਆ? ਆਪਦੀ ਆਪ ਕੋਈ ਗਰੀਬੀ ਭੋਗ ਕੇ ਰਾਜੀ ਆ? ਸਾਰੇ ਕਹਿੰਦੇ ਅਮੀਰ ਹੋਈਏ, ਪਰ ਇਹ ਸਭ ਉਹਦੇ ਹੱਥ ਵਿੱਚ ਹੈ। ਜਿਸ ਨੂੰ ਦੇਵੇ ਦਇਆ ਕਰ। ਦਾਤੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਜਿਸ ਨੂੰ ਉਹ ਦਾਤਾਂ ਦਿੰਦਾ ਉਹਨਾਂ ਨੂੰ ਮਿਲਦੀਆਂ। ਪ੍ਰੀਤਮ ਜੀ ਕਹਿੰਦੇ ਸੋਈ ਪੁਰਖ ਸੁਜਾਨ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਜਿਨ੍ਹਾਂ ਨੂੰ ਮਾਲਕ ਨੇ ਆਪਦੇ ਬਣਾ ਲਿਆ। ਇਹ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਵੀ ਉਹ ਤੋਂ ਬਲਿਹਾਰੇ ਜਾਂਦੇ ਆ। ਕੋ ਸਤਨਾਮ ਸ੍ਰੀ। ਜਿਨ੍ਹਾਂ ਨੂੰ ਪਰਮੇਸ਼ਰ ਆਪਦੇ ਬਣਾ ਲਵੇ। ਹੁਣ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗਲ ਲਾਵੋਗੇ। ਆਪਾਂ ਨੇ ਸਾਰਿਆਂ ਦੀ ਆਸ ਹੈ ਵੀ ਕਦੋਂ ਗਲੇ ਲਾਵੇ, ਆਪਦਾ ਬਣਾਵੇ ਸਾਨੂੰ। ਪਰ ਜਿਹਨੂੰ ਬਣਾਵੇਗਾ ਉਸ 'ਤੇ ਤਾਂ ਫਿਰ ਬੜੀ ਕਿਰਪਾ ਹੈ ਨਾ। ਤੋ ਪ੍ਰੀਤਮ ਜੀ ਕਹਿੰਦੇ ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀ ਹੈ। ਹੁਣ ਮਾਘ ਮਹੀਨੇ ਵਿੱਚ ਕੇਵਲ ਪਾਤਸ਼ਾਹ ਕਹਿੰਦੇ ਤੀਰਥਾਂ 'ਤੇ ਇਸ਼ਨਾਨ ਕਰਕੇ ਸੁੱਚੇ ਨਹੀਂ ਹੋ ਸਕਦੇ। ਉਹ ਸੁੱਚੇ ਹੈ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ। ਜਿਨ ਪੂਰਾ ਗੁਰ ਮਿਹਰਬਾਨ। ਜਿਨ੍ਹਾਂ 'ਤੇ ਪੂਰਾ ਗੁਰੂ ਮਿਹਰਬਾਨ ਹੋ ਗਿਆ, ਉਹ ਹੀ ਮਾਨ ਸਰੂਪੀ ਜਾਮੇ ਦੇ ਵਿੱਚ ਸੱਚੇ ਸੁੱਚੇ ਮੰਨੇ ਜਾਣਗੇ। ਕੇਵਲ ਮਾਘ ਮਹੀਨੇ ਦੀ ਗੱਲ ਨਹੀਂ ਹੈ। ਇਸ ਕਰਕੇ ਜਿਸ ਤਰ੍ਹਾਂ ਅੱਜ ਮੱਸਿਆ ਦਾ ਦਿਹਾੜਾ ਹੈ, ਆਪਾਂ ਮਨਾ ਰਹੇ ਹਾਂ ਸਾਰੇ, ਤੋ ਮੱਸਿਆ ਦੇ ਦਿਹਾੜੇ 'ਤੇ ਵੀ ਕਬੀਰ ਸਾਹਿਬ ਸੰਬੋਧਨ ਕਰਦੇ ਹਨ ਕਿ ਮੱਸਿਆ ਦਾ ਮਤਲਬ ਹੈ ਅਗਿਆਨਤਾ। ਰਾਤ ਦਾ ਹਨੇਰਾ ਦੀਵੇ ਦੀ ਲਾਈਟ ਨਾਲ ਭੱਜ ਗਿਆ ਹੈ। ਦਿਮਾਗ ਦਾ ਹਨੇਰਾ, ਅਗਿਆਨਤਾ ਦਾ ਹਨੇਰਾ ਜਿਹੜਾ ਉਹ ਗਿਆਨ ਦੇ ਨਾਲ ਭੱਜੇਗਾ। ਜਿੰਨਾ ਚਿਰ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਫਿਰ ਸਾਡੇ ਦਿਮਾਗ 'ਤੇ ਮੱਸਿਆ ਦਾ ਹਨੇਰਾ ਹੀ ਆ। ਕਹੋ ਸਤਨਾਮ ਸ੍ਰੀ। ਹੁਣ ਮੱਸਿਆ ਤਾਂ ਆਪਾਂ ਭਜਾ ਲਈ ਆ ਨਾ। ਥਿੱਤੀ ਗੌੜੀ ਕਬੀਰ ਸਾਹਿਬ ਜੀ ਦੀ, ਉਹਦੇ ਵਿੱਚ ਸਾਰੇ ਇਸ ਵਿਸ਼ੇ 15 ਤਿੱਥਾਂ ਦੇ ਉੱਤੇ ਬਚਨ ਕੀਤੇ ਸਤਿਗੁਰਾਂ ਨੇ। ਮਨੁੱਖ ਦੇ ਅੰਦਰ ਜਿਹੜੀ ਮੱਸਿਆ ਹੈ ਉਹ ਅਗਿਆਨਤਾ ਦੀ ਹੈ। ਬ੍ਰਾਹਮਣਾਂ ਦੇ ਪਾਏ ਹੋਏ ਕਰਮ ਕਾਂਡਾਂ ਦੀ ਅਗਿਆਨਤਾ ਦੀ ਮੱਸਿਆ ਸਾਡੇ ਦਿਮਾਗਾਂ 'ਤੇ ਫੈਲੀ ਹੋਈ ਹੈ। ਪਰ ਜਦੋਂ ਗੁਰੂ ਗਿਆਨ ਦੀ ਬਖਸ਼ਿਸ਼ ਕਰਦਾ ਉਦੋਂ ਇਹ ਅਗਿਆਨਤਾ ਦਾ ਹਨੇਰਾ ਚੱਕਿਆ ਜਾਂਦਾ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਦੀਵਾ ਜਗਦਾ ਤੇ ਹਨੇਰਾ ਉੱਡ ਜਾਂਦਾ ਹੈ। ਗੁਰਮਤਿ ਦੇ ਵਿੱਚ ਆਵਾਂਗੇ, ਗੁਰਬਾਣੀ ਪੜ੍ਹਾਂਗੇ, ਸੁਣਾਂਗੇ, ਸਾਧੂਆਂ ਦੀ ਨਾਮ ਜਪਣ ਵਾਲੇ ਗੁਰਮੁਖਾਂ ਦੀ ਸੰਗਤ ਕਰਾਂਗੇ ਤੇ ਸਾਡੀ ਅੰਦਰਲੀ ਮੱਸਿਆ ਖਤਮ ਹੋ ਜਾਣੀ ਹੈ। ਗੁਰੂ ਕਿਰਪਾ ਕਰਨ, ਸਾਨੂੰ ਐਸਾ ਗਿਆਨ ਬਖਸ਼ਿਸ਼ ਕਰ ਦੇਣ। ਮਾਘ ਸੁੱਚੇ ਸੇ ਕਾਂਢੀ ਹੈ। ਜਿਨ ਪੂਰਾ ਗੁਰੂ ਮਿਹਰਬਾਨ। ਪੂਰਾ ਗੁਰੂ ਮਿਹਰਬਾਨ ਹੋ ਜਾਵੇ, ਆਪਾਂ ਗੁਰੂ ਵਾਲੇ ਬਣ ਜਾਈਏ, ਗੁਰਮਤਿ ਦੇ ਮੁਤਾਬਕ ਚੱਲੀਏ ਤੇ ਸਾਡਾ ਜੀਵਨ ਸਫਲਾ ਹੋ ਸਕਦਾ ਹੈ। ਅੱਗੇ ਆ ਗਿਆ ਫੱਗਣ ਦਾ ਮਹੀਨਾ। ਫਲਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟ ਆਏ। ਇਹ ਫੱਗਣ ਦੇ ਮਹੀਨੇ ਵਿੱਚ ਜਾ ਕੇ ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਆ, ਇਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਪਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।